Democracy means there is for election. In the election, there is for vote. Whoever gets the maximum vote gets if elected. The one who gets elected may. Law is a set of rules which can be enforced by the government. Objective of law, the purpose of law is to create a harmonious society where ਇਹਨਾਂ ਨੂੰ ਸਕੂਲ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਦਾ। ਇਹਨਾਂ ਦੇ ਆਰਥਿਕ ਹਾਲਾਤ ਮਜਬੂਰੀਆਂ ਇਸ ਤਰੀਕੇ ਦੀਆਂ। ਇਹਨਾਂ ਨੂੰ ਵੋਟ ਦੀ ਕੀਮਤ ਸਮਝਾਉਣ ਵਾਸਤੇ ਇਹਨਾਂ ਨੂੰ ਸਿੱਖਿਆ ਦਿਓ, ਸਿੱਖਿਆ ਦਿਓ ਜਿਹੜੀ ਬਹੁਤ ਹੀ ਉੱਚੇ ਲੈਵਲ ਦੀ ਹੋਵੇ। ਇਹਨਾਂ ਨੂੰ ਵੋਟ ਦੀ ਕੀਮਤ ਨਹੀਂ ਪਤਾ, ਲੋਕਤੰਤਰ ਬਾਰੇ ਨਹੀਂ ਪਤਾ, ਸੰਵਿਧਾਨ ਬਾਰੇ ਨਹੀਂ ਪਤਾ। ਇਹਨਾਂ ਦੀ ਵੋਟਾਂ ਦੇ ਨਾਲ ਸਰਕਾਰਾਂ ਚੁਣੀ ਜਾਂਦੀਆਂ ਕਿਉਂਕਿ 80% ਦੇ ਕਰੀਬ ਲੋਕ ਗਰੀਬ ਨੇ। ਨਿਊਜ਼ਪੇਪਰ ਦਾ ਇਹ ਫਾਇਦਾ ਹੈ, ਇੱਕ ਤਾਂ ਕਰੰਟ ਅਫੇਅਰ ਕਰੰਟ ਨਿਊਜ਼ ਮਿਲਦੀ ਹੈ, ਲੈਂਗੁਏਜ ਤਾਂ ਇੰਪਰੂਵ ਹੋ ਹੀ ਰਹੀ ਹੈ, ਕਰੰਟ ਨਿਊਜ਼ ਮਿਲਦੀ ਹੈ ਕਿ ਤੁਹਾਨੂੰ ਸਮਾਜ 'ਚ ਕੀ ਹੋ ਰਿਹਾ, ਕੀ ਚੱਲਦਾ ਪਿਆ, ਉਹ ਸਾਡੀ ਲਾਈਫ ਨੂੰ ਕਿੱਦਾਂ ਅਫੈਕਟ ਕਰਦਾ, ਉਹਦੇ ਬਾਰੇ ਵੀ ਤੁਹਾਡੀ ਨੌਲੇਜ ਵੱਧਦੀ ਹੈ। ਜੇ ਸਰਕਾਰ ਬਹੁਤ ਐਫੀਸ਼ੀਐਂਟਲੀ ਕੰਮ ਕਰਦੀ ਹੁੰਦੀ, ਉਹਨਾਂ ਨੂੰ ਆਪਣੇ ਨਾਗਰਿਕਾਂ ਦੀ ਚਿੰਤਾ ਹੁੰਦੀ, ਇੱਕ ਗਰੀਬ ਵੀ ਸਾਡੇ ਦੇਸ਼ ਦਾ ਨਾਗਰਿਕ ਹੈ, ਇਨਸਾਨ ਹੈ, ਉਹਦੀ ਚਿੰਤਾ ਹੁੰਦੀ ਅਤੇ ਉਹਨਾਂ ਦਾ ਖਿਆਲ ਰੱਖ ਰਹੀ ਹੁੰਦੀ। A for apple, B for ਬਸ ਤਾਂ ਸਾਰੇ ਪੜ੍ਹਾਉਂਦੇ ਨੇ। ਅੱਜ ਤੁਸੀਂ ਮਤਲਬ ਪੂਰਾ ਸਿਸਟਮ ਸਮਝਾਉਣ ਦੀ ਗੱਲ ਕੀਤੀ ਹੋਈ ਹੈ ਅੱਜ। ਤੇ ਮੈਨੂੰ ਲੱਗਿਆ ਵੀ 12-13 ਸਾਲ ਦੀ ਉਮਰ ਤੋਂ ਪਹਿਲਾਂ ਇਹਨਾਂ ਨੂੰ ਉਹ ਪੜ੍ਹਾਈ ਦਿਓ ਜਿਹੜੀ MA ਦੀ ਪੜ੍ਹਾਈ ਹੈ, ਬਿਲਕੁਲ BA ਦੀ ਪੜ੍ਹਾਈ ਹੈ, ਤਾਂ ਕਿ ਇਹਨਾਂ ਨੂੰ ਪਤਾ ਚੱਲੇ ਦੇਸ਼ ਦਾ ਇਹ ਕਿੱਦਾਂ ਹਿੱਸਾ ਨੇ। ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਦੀ ਅਕਸਰ ਗਲਤਾਂ ਕਰਦੇ ਨੇ, ਪਰ ਕਿਤੇ ਨਾ ਕਿਤੇ ਸਵਾਲ ਉਹਨਾਂ ਮੂਹਰੇ ਐਜੂਕੇਸ਼ਨ ਦਾ ਆ ਜਾਂਦਾ ਨਾ। ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ। ਦੇਖ ਸਕਦੇ ਹੋ ਕਿ ਉਹ ਗਰੀਬ ਪਰਿਵਾਰਾਂ ਦੇ ਬੱਚੇ ਨੇ, ਜੋ ਝੁੱਗੀ ਝੋਪੜੀ ਵਾਲਿਆਂ ਦੇ ਬੱਚੇ ਨੇ, ਉਹਨਾਂ ਨੂੰ ਪੜ੍ਹਾਉਂਦੇ ਨੇ ਅਤੇ ਬੱਚੇ ਇੰਗਲਿਸ਼ ਤੱਕ ਬੋਲਦੇ ਨੇ। ਸੋ ਸਕੂਲ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਸਕੂਲ ਆ। ਸੋ ਦੇਖ ਸਕਦੇ ਹੋ ਕਿ ਹਰੀਓਮ ਜਿੰਦਲ ਨੇ ਜੋ ਐਡਵੋਕੇਟ ਨੇ, ਖੁਦ ਪਰਿਵਾਰ ਦੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਸੋ ਜਿੰਦਲ ਸਾਹਿਬ, ਤੁਸੀਂ ਐਡਵੋਕੇਟ ਹੋ ਅਤੇ ਦੇਖ ਰਹੇ ਕਿ ਤੁਸੀਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਇਹ ਸੋਚ ਕਿੱਥੋਂ ਆਈ? ਦੇਖੋ, ਇਹ ਇਕੱਲੇ ਗਰੀਬ ਪਰਿਵਾਰ ਦੇ ਬੱਚਿਆਂ ਦੇ ਨਾਲ ਸੰਬੰਧਿਤ ਪ੍ਰੋਜੈਕਟ ਨਹੀਂ ਹੈ। ਇਹ ਪ੍ਰੋਜੈਕਟ ਸਾਡੇ ਦੇਸ਼ ਦੀ ਸਮੱਸਿਆਵਾਂ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ ਹੈ। ਜਿਹੜੇ ਸਾਡੇ ਦੇਸ਼ ਦੇ ਵਿੱਚ ਸਿਸਟਮ ਹੈ, ਉਹ ਸਿਸਟਮ ਦੀ ਜਿਹੜੀ ਕਮੀ ਹੈ, ਉਹ ਸਿਸਟਮ ਦੀ ਕਮੀ ਕਰਕੇ ਬੱਚੇ ਗਰੀਬ ਹੈ, ਨਾ ਕਿ ਬੱਚੇ ਗਰੀਬ ਹੈ। ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲੇ ਹੋਏ, ਇਹਨਾਂ ਨੂੰ ਇਹਦੇ ਹੱਕਾਂ ਦੇ ਬਾਰੇ ਨਹੀਂ ਪਤਾ। ਜਿਨ੍ਹਾਂ ਨੂੰ ਪਤਾ ਸੀਗਾ ਇਹਨਾਂ ਦੇ ਕੀ ਹੱਕ ਨੇ, ਹਾਂਜੀ, ਜਿਨ੍ਹਾਂ ਨੂੰ ਸਰਕਾਰੀ ਅਹੁਦੇ ਮਿਲੇ, IAS ਅਫਸਰ ਬਣਾਏ ਗਏ, ਐਡਮਿਨਿਸਟ੍ਰੇਟਿਵ ਅਫਸਰ ਬਣਾਏ ਗਏ, ਮੰਤਰੀ ਬਣਾਏ ਗਏ, ਉਹਨਾਂ ਨੂੰ ਪਤਾ ਸੀ ਇਹਨਾਂ ਦੇ ਹੱਕ ਕੀ ਹੈ। ਇਹ ਤਾਂ ਵਿਚਾਰੇ ਗਰੀਬ ਸੀ, ਇਹ ਤਾਂ ਅਨਪੜ੍ਹ ਸੀ, ਇਹਨਾਂ ਦੇ ਮਾਂ-ਬਾਪ ਵੀ ਅਨਪੜ੍ਹ ਸੀ, ਪਰ ਉਹਨਾਂ ਨੂੰ ਤਾਂ ਪਤਾ ਸੀ ਨਾ, ਉਹਨਾਂ ਨੇ ਇਹਨਾਂ ਦੇ ਹੱਕ ਨਹੀਂ ਦਿੱਤੇ। ਅਤੇ ਇਹ ਇਕੱਲੇ ਉਸ ਜਿਹੜੀ ਸਮੱਸਿਆ ਹੈਗੀ, ਉਹਦੇ ਕਰਕੇ ਸਿਰਫ ਗਰੀਬੀ ਨਹੀਂ ਪੈਦਾ ਹੋਈ, ਅਮੀਰੀ ਗਰੀਬੀ ਦਾ ਅਨੁਪਾਤ ਵਧਿਆ, ਸਾਡੇ ਭ੍ਰਿਸ਼ਟਾਚਾਰ ਵਧਿਆ, ਸਾਡੇ ਸਿਸਟਮ ਦੇ ਵਿੱਚ ਮਿਲਾਵਟਾਂ ਫੂਡ ਦੇ ਵਿੱਚ ਸ਼ੁਰੂ ਹੋਈਆਂ। ਹਰ ਜਗ੍ਹਾ 'ਤੇ ਜਿੰਨੀ ਵੀ ਸਮੱਸਿਆ ਹੈ, ਉਹਦਾ ਜਿਹੜਾ ਕਾਰਨ ਹੈ ਉਹ ਹੈ ਕਿ ਸਾਡੇ ਦੇਸ਼ ਦੇ ਵਿੱਚ ਸਿੱਖਿਆ ਦੇ ਵਿੱਚ ਜਿਹੜੀ ਸਿੱਖਿਆ ਦੇ ਕੰਟੈਂਟ ਦੇਣੇ ਚਾਹੀਦੇ ਸੀ 1947 ਦੀ ਆਜ਼ਾਦੀ ਤੋਂ ਬਾਅਦ, 1950 ਦੇ ਸੰਵਿਧਾਨ ਲਾਗੂ ਕਰਨ ਤੋਂ ਬਾਅਦ, ਉਹ ਦਿੱਤੇ ਨਹੀਂ ਗਏ। ਉਹਦੇ ਕਰਕੇ ਚਾਹੇ ਮੱਧਮ ਵਰਗ ਦੇ ਲੋਕ ਹੈ, ਚਾਹੇ ਬਹੁਤ ਗਰੀਬ ਵਿੱਚ ਰਹਿਣ ਵਾਲੇ ਲੋਕ ਹੈ, ਸਾਰੇ ਹੀ ਤੜਫ ਰਹੇ ਨੇ। ਚੰਦ ਲੋਕ ਸਾਡੇ ਦੇਸ਼ ਵਿੱਚ ਆਜ਼ਾਦੀ ਇੰਜੋਏ ਕਰਦੇ ਪਏ ਨੇ, ਉਹ 5% ਬਹੁਤ ਹੀ ਅਮੀਰ ਨੇ, ਰਾਜਨੇਤਾ ਨੇ, ਕੁਝ ਵੱਡੇ ਅਫਸਰ ਨੇ, ਬਾਕੀ ਲੋਕ ਤਾਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਨੇ। ਅਤੇ ਇਹ ਜਿਹੜਾ ਪ੍ਰੋਜੈਕਟ ਹੈ, ਇਹਦਾ ਜਿਹੜਾ ਮਤਲਬ ਹੈ ਇਹ ਕਿ ਜਿਹੜੀ ਸਿੱਖਿਆ ਸਹੀ ਸਾਰਿਆਂ ਨੂੰ ਮਿਲਣੀ ਚਾਹੀਦੀ ਸੀ, ਉਹ ਅਸੀਂ ਦਈਏ, ਜਾਗਰੂਕ ਅਤੇ ਜ਼ਿੰਮੇਦਾਰ ਮਾਨਸਿਕਤਾ ਪੈਦਾ ਕਰੀਏ। ਉਹਦੇ ਨਾਲ ਇਹ ਲੋਕ ਆਪਣੇ ਹੀ ਜਿਹੜੇ ਹੱਕਾਂ ਦੀ ਰਖਵਾਲੀ ਕਰਨ ਤੋਂ ਇਲਾਵਾ ਜਿਹੜੇ ਸਮਾਜ ਦੇ ਬਾਕੀ ਲੋਕਾਂ ਦੇ ਹੱਕ ਹੈ, ਉਹਨੂੰ ਵੀ ਸਮਝਣ ਅਤੇ ਮਿਲ ਜੁਲ ਕੇ ਰਹਿਣ ਦਾ ਇੱਕ ਜਿਹੜਾ ਨਵਾਂ ਸਮਾਜ ਆ ਉਹ ਸਿਰਜਣ। ਸਭ ਗੱਲ ਮੈਂ ਫਿਰ ਉੱਥੇ ਕਰਦਾ, ਤੁਸੀਂ ਗਰੀਬ ਪਰਿਵਾਰ ਦੇ ਬੱਚੇ ਕਿਉਂ ਚੁਣੇ? ਕਿਉਂਕਿ ਇਹ ਬੱਚੇ ਉਹ ਨੇ, ਠੀਕ ਆ, ਐਜੂਕੇਸ਼ਨ ਆਉਣੀ ਚਾਹੀਦੀ ਹੈ, ਪਰ ਜਿਸ ਤਰ੍ਹਾਂ ਅਸੀਂ ਦੇਖ ਰਹੇ ਇੰਗਲਿਸ਼ ਪੜ੍ਹਾ ਰਹੇ ਹੋ ਤੁਸੀਂ, ਇਹ ਕਿਉਂ ਵਿਚਾਰ ਕਿੱਥੋਂ ਆਇਆ ਤੁਹਾਡੇ ਕੋਲ? ਮੈਂ ਬੜਾ ਵੱਡਾ ਅਧਿਐਨ ਕੀਤਾ ਅਤੇ ਉਸ ਅਧਿਐਨ 'ਚ ਮੈਂ ਦੇਖਿਆ ਕਿ ਸਾਡਾ ਜਿਹੜਾ ਦੇਸ਼ ਹੈ, ਅਗੇਨ ਮੈਂ ਦੱਸ ਰਿਹਾ ਵੀ ਸੰਵਿਧਾਨ ਬਹੁਤ ਇੰਪੋਰਟੈਂਟ ਹੈ। ਸਾਡੇ ਦੇਸ਼ ਦਾ ਸਿਸਟਮ ਬੜਾ ਜ਼ਰੂਰੀ ਹੈ, ਜਿਹੜਾ ਹਰ ਕਿਸੇ ਨਾਗਰਿਕ ਨੂੰ ਸਮਝਣਾ ਚਾਹੀਦਾ ਹੈ, ਜਿਹੜਾ ਪੜ੍ਹਿਆ ਲਿਖਿਆ ਵੀ ਅਨਫੋਰਚੂਨੇਟਲੀ ਨਹੀਂ ਸਮਝ ਪਾ ਰਿਹਾ। ਸਾਡੇ ਦੇਸ਼ ਦੀ ਸਰਕਾਰ ਬਣੀ ਹੈ ਵੋਟਾਂ ਤੋਂ, ਠੀਕ ਹੈ।
ਵੋਟ ਗਰੀਬ ਵੀ ਪਾਉਂਦਾ ਹੈ, ਅਮੀਰ ਵੀ ਪਾਉਂਦਾ ਹੈ। ਜੇ ਅਨਪੜ੍ਹ ਹੈ ਬੰਦਾ, ਉਹਨੂੰ ਵੋਟ ਦੀ ਕੀਮਤ ਨਹੀਂ ਪਤਾ। ਠੀਕ ਹੈ। ਹੁਣ ਜਿਹੜੇ ਇਹ ਗਰੀਬ ਬੱਚੇ ਨੇ, ਇਹਨਾਂ ਨੂੰ ਸਕੂਲ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਦਾ, ਇਹਨਾਂ ਦੇ ਆਰਥਿਕ ਹਾਲਾਤ, ਮਜਬੂਰੀਆਂ ਇਸ ਤਰੀਕੇ ਦੀਆਂ, ਫਿਰ ਇਹਨਾਂ ਨੂੰ ਵੋਟ ਦੀ ਕੀਮਤ ਨਹੀਂ ਪਤਾ, ਲੋਕਤੰਤਰ ਬਾਰੇ ਨਹੀਂ ਪਤਾ, ਇਹਨਾਂ ਨੂੰ ਲਾਅ ਬਾਰੇ ਨਹੀਂ ਪਤਾ, ਗਵਰਨਮੈਂਟ ਦਾ ਸਿਸਟਮ ਬਾਰੇ ਨਹੀਂ ਪਤਾ। ਤੇ ਇਹ ਜਿਹੜੀ ਪ੍ਰੋਬਲਮ ਹੈ, ਇਹ ਪੂਰੇ ਦੇਸ਼ ਦੇ ਵਿੱਚ ਹੋਣ ਕਰਕੇ ਮੈਨੂੰ ਲੱਗਿਆ ਵੀ ਇਹ ਬੱਚੇ ਵੀ ਜਦੋਂ 18 ਸਾਲ ਦੇ ਹੋਣਗੇ, ਇਹਨਾਂ ਨੇ ਵੋਟਰ ਬਣ ਜਾਣਾ ਹੈ। ਤੇ ਇਹਨਾਂ ਨੂੰ ਵੋਟ ਦੀ ਕੀਮਤ ਸਮਝਾਉਣ ਵਾਸਤੇ ਇਹਨਾਂ ਨੂੰ ਸਿੱਖਿਆ ਦਿਓ, ਉਹ ਸਿੱਖਿਆ ਦਿਓ ਜਿਹੜੀ ਬਹੁਤ ਹੀ ਉੱਚੇ ਲੈਵਲ ਦੀ ਹੋਵੇ, ਬਹੁਤ ਹੀ ਉੱਚੇ ਲੈਵਲ ਦੀ ਹੋਵੇ। ਕਿਉਂਕਿ ਉੱਚੇ ਲੈਵਲ ਦੀ ਸਿੱਖਿਆ ਕਿਉਂ ਜ਼ਰੂਰੀ ਸੀ? ਸੋਸ਼ੋਲੋਜੀ, ਸਮਾਜਿਕ ਸ਼ਾਸਤਰ, ਪੋਲੀਟੀਕਲ ਸਾਇੰਸ, ਰਾਜਨੀਤਿਕ ਸ਼ਾਸਤਰ, ਪਬਲਿਕ ਐਡਮਿਨਿਸਟ੍ਰੇਸ਼ਨ, ਪ੍ਰਸ਼ਾਸਨਿਕ ਸ਼ਾਸਤਰ, ਇਕਨੋਮਿਕਸ, ਆਰਥਿਕ ਸ਼ਾਸਤਰ, ਕਾਨੂੰਨ, ਲਾਅ, ਸੰਵਿਧਾਨ, ਕਨਸਟੀਟਿਊਸ਼ਨ, ਇਹ ਸਬਜੈਕਟ ਜਿਹੜੇ ਪੜ੍ਹਾਏ ਜਾਂਦੇ ਨੇ, ਇਹ BA ਜਾਂ MA ਦੇ ਲੈਵਲ ਤੇ ਪੜ੍ਹਾਏ ਜਾਂਦੇ ਨੇ। ਠੀਕ ਹੈ, +2 ਤੋਂ ਬਾਅਦ ਹੀ ਪੜ੍ਹਾਈ ਜਾਂਦੀ ਹੈ। +2 ਤੋਂ ਬਾਅਦ ਪੜ੍ਹਾਈ। ਪਰ ਇਹ ਬੱਚਿਆਂ ਨੇ 13-14 ਸਾਲ ਦੀ ਉਮਰ 'ਚ ਕੰਮ ਤੇ ਲੱਗ ਜਾਣਾ, ਜ਼ਿਆਦਾਤਰ ਬੱਚਿਆਂ ਨੇ। ਇਹਨਾਂ ਨੂੰ ਰੋਕ ਨਹੀਂ ਸਕਦੇ, ਇਹਨਾਂ ਦੇ ਆਰਥਿਕ ਕੰਡੀਸ਼ਨਾਂ ਐਸੀਆਂ। 15-16 ਸਾਲ ਦੀ ਉਮਰ ਤੱਕ ਇਹ ਵਿਆਹ ਕਰਾ ਲੈਂਦੇ ਨੇ। 18 ਸਾਲ ਦੀ ਉਮਰ ਤੋਂ ਪਹਿਲਾਂ ਬਹੁਤ ਸਾਰੇ ਬੱਚੇ ਮਾਂ-ਬਾਪ ਬਣ ਚੁੱਕੇ ਹੁੰਦੇ ਨੇ। ਇਹ ਸਰਕਾਰਾਂ ਰੋਕ ਨਹੀਂ ਪਾਈਆਂ। ਆંકੜੇ ਜੋ ਮਰਜ਼ੀ ਦੱਸੀ ਜਾਣ, ਉਹ ਆંકੜਿਆਂ ਨਾਲ ਕੁਝ ਨਹੀਂ ਚੱਲਦਾ। ਹਕੀਕਤ ਦੇਖੋ ਜ਼ਮੀਨ 'ਤੇ ਆ ਕੇ ਕੀ ਹੋ ਰਹੀ ਹੈ, ਗਰੀਬੀ ਕਿੰਨੀ ਹੈ। ਤੇ ਇਹਨਾਂ ਲੋਕਾਂ ਨੂੰ ਜਦੋਂ 18 ਸਾਲ ਦੇ ਹੋ ਗਏ, ਇਹਨਾਂ ਨੂੰ ਵੋਟਰ ਬਣ ਜਾਣਾ। ਇਹਨਾਂ ਨੂੰ ਵੋਟ ਦੀ ਕੀਮਤ ਨਹੀਂ ਪਤਾ, ਲੋਕਤੰਤਰ ਬਾਰੇ ਨਹੀਂ ਪਤਾ, ਸੰਵਿਧਾਨ ਬਾਰੇ ਨਹੀਂ ਪਤਾ। ਇਹਨਾਂ ਦੀ ਵੋਟਾਂ ਦੇ ਨਾਲ ਸਰਕਾਰਾਂ ਚੁਣੀ ਜਾਂਦੀਆਂ, ਕਿਉਂਕਿ 80% ਦੇ ਕਰੀਬ ਲੋਕ ਗਰੀਬ ਨੇ। 80 ਕਰੋੜ ਦਾ ਤਾਂ ਆંકੜਾ ਸਾਡੇ ਪਾਰਲੀਮੈਂਟ ਵਿੱਚ ਪੇਸ਼ ਹੋਇਆ ਹੈ ਕਿ ਅਸੀਂ ਮੁਫਤ ਦੀ ਰੋਟੀ ਦੇ ਰਹੇ ਹਾਂ, ਅਨਾਜ ਦੇ ਰਹੇ ਹਾਂ। ਕਿ 80 ਕਰੋੜ ਲੋਕਾਂ ਨੂੰ ਤਾਂ ਤੁਸੀਂ ਮੰਨ ਕੇ ਚੱਲਦੇ ਪਏ ਹੋ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ 2 ਵਕਤ ਦੀ ਰੋਟੀ ਲਾ ਲੈਣ। ਪਾਰਲੀਮੈਂਟ ਕਹਿੰਦੀ ਅਸੀਂ ਰੋਟੀ ਦੇ ਰਹੇ ਹਾਂ, ਤੇ 80 ਕਰੋੜ ਜਿਹੜੇ ਬੰਦਿਆਂ ਨੂੰ ਰੋਟੀ ਨਹੀਂ ਮਿਲਦੀ ਵੀ ਉਹ ਪੜ੍ਹਾਈ ਲਿਖਾਈ ਕਿੱਥੋਂ ਕਰਨਗੇ? ਤੇ ਇਸ ਕਰਕੇ ਇਹ ਜਿਹੜੀ ਪੜ੍ਹਾਈ ਲਿਖਾਈ ਸੀਗੀ, ਮੈਨੂੰ ਲੱਗਿਆ ਵੀ ਹਰ ਗਰੀਬ ਬੱਚੇ ਨੂੰ ਦੇਣੀ ਜ਼ਰੂਰੀ ਹੈ। ਬਲਕਿ ਵੈਸੇ ਤਾਂ ਜਿਹੜੀ ਮੈਂ ਪੜ੍ਹਾਈ ਬਣਾਈ ਹੈ, ਇਹ ਹਰ ਅਮੀਰ ਬੱਚੇ ਨੂੰ ਵੀ ਚਾਹੀਦੀ ਹੈ, ਹਰ ਮੱਧਮ ਵਰਗ ਦੇ ਬੱਚੇ ਨੂੰ ਵੀ ਚਾਹੀਦੀ ਹੈ। ਮੱਧਮ ਵਰਗ ਦੇ ਬੱਚਿਆਂ ਨੂੰ ਪੁੱਛ ਲਓ ਰਿਪਬਲਿਕ ਦਾ ਮੀਨਿੰਗ ਕੀ ਹੈ, ਉਹਨਾਂ ਨੂੰ ਪੁੱਛੋ ਦੇਸ਼ ਦਾ ਰੂਲਰ ਕੌਣ ਹੈ, ਉਹਨਾਂ ਨੂੰ ਪੁੱਛੋ ਕਿ ਸਾਡੇ ਦੇਸ਼ ਦੀ ਸਰਕਾਰੀ ਤੌਰ 'ਤੇ ਪਰਿਭਾਸ਼ਾ ਕੀ ਹੈ। ਤੁਹਾਨੂੰ ਬਹੁਤ ਰੇਅਰੈਸਟ ਆਫ ਰੇਅਰ ਕੋਈ ਬੱਚਾ ਦੱਸ ਪਾਊਗਾ। ਮੈਂ ਇੱਕ ਗੱਲ ਤੁਹਾਡੀ ਚਲੋ ਕੱਢ ਰਿਹਾ, ਮੈਂ ਦੇਖ ਰਿਹਾ ਸੀ ਤੁਸੀਂ ਨਿਊਜ਼ਪੇਪਰ ਪੜ੍ਹਾ ਰਹੇ ਸੀ ਬੱਚਿਆਂ ਨੂੰ। ਛੋਟੇ ਬੱਚੇ ਨੇ, ਬਹੁਤੇ ਤਾਂ ਕਾਰਟੂਨ ਦੇਖਦੇ ਨੇ ਅੱਜ ਦੇ ਟਾਈਮ 'ਚ, ਫੋਨਾਂ 'ਚ ਪੜ੍ਹੇ ਹੁੰਦੇ ਨੇ। ਤੁਸੀਂ ਨਿਊਜ਼ਪੇਪਰ ਪੜ੍ਹਾ ਰਹੇ ਸੀ, ਉਹ ਵੀ ਇੰਗਲਿਸ਼ ਦਾ। ਦੇਖੋ ਜਿਹੜੀ ਲੈਂਗੁਏਜ ਹੈ, ਉਹ ਦੀ ਜਿਹੜੀ ਤੁਹਾਡੀ ਇੰਪਰੂਵਮੈਂਟ ਹੁੰਦੀ ਹੈ, ਉਹ ਕੋਈ ਵੀ ਆਰਟੀਕਲ, ਕੋਈ ਵੀ ਤੁਹਾਨੂੰ ਲਿਟਰੇਚਰ ਪੜ੍ਹਨ ਨਾਲ ਹੁੰਦੀ ਹੈ। ਨਿਊਜ਼ਪੇਪਰ ਦਾ ਇਹ ਫਾਇਦਾ ਹੈ, ਇੱਕ ਤਾਂ ਕਰੰਟ ਅਫੇਅਰ, ਕਰੰਟ ਨਿਊਜ਼ ਮਿਲਦੀ ਹੈ, ਲੈਂਗੁਏਜ ਤਾਂ ਇੰਪਰੂਵ ਹੋ ਹੀ ਰਹੀ ਹੈ, ਕਰੰਟ ਨਿਊਜ਼ ਮਿਲਦੀ ਹੈ। ਅਤੇ ਤੁਹਾਨੂੰ ਸਮਾਜ 'ਚ ਕੀ ਹੋ ਰਿਹਾ, ਕੀ ਚੱਲਦਾ ਪਿਆ, ਉਹ ਸਾਡੀ ਲਾਈਫ ਨੂੰ ਕਿੱਦਾਂ ਅਫੈਕਟ ਕਰਦਾ, ਉਹਦੇ ਬਾਰੇ ਵੀ ਤੁਹਾਡੀ ਨੌਲੇਜ ਵੱਧਦੀ ਹੈ, ਉਹਦੇ ਨਾਲ ਤੁਹਾਡੀ ਮੈਚੁਰਿਟੀ ਵੱਧਦੀ ਹੈ। ਇਸ ਕਰਕੇ ਮੈਂ ਇੱਥੇ ਨਿਊਜ਼ਪੇਪਰ, ਜਿੰਨੇ ਮੇਰੇ ਪ੍ਰੋਜੈਕਟ ਹੈ ਉਹਦੇ ਵਿੱਚ ਨਿਊਜ਼ਪੇਪਰ ਲਗਾਇਆ ਹੋਇਆ, ਔਰ ਉੱਥੇ ਕੰਪਲਸਰੀ ਹੈ ਕਿ ਹਰ ਇੱਕ ਬੱਚੇ ਨੇ ਇੱਕ ਆਰਟੀਕਲ ਜ਼ਰੂਰ ਪੜ੍ਹਨਾ। ਅੱਛਾ ਜੀ, ਹਾਂਜੀ, ਇਹ ਵੀ ਬਹੁਤ ਵੱਡੀ ਗੱਲ ਆ। ਸੋ ਇਹਦੇ ਨਾਲ ਜਿੰਦਰ ਸਾਹਿਬ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹੋ ਵੀ ਸਕੂਲ ਦੇ ਬਣਾਤਾ ਹੈ, ਤੁਸੀਂ ਹੈਗਾ ਕੀ ਪ੍ਰਬੰਧ, ਪਰ ਹਾਲਾਤ ਠੀਕ ਨਹੀਂ ਹੈਗੇ, ਕੁਝ ਪੱਖਾ ਤੱਕ ਵੀ ਨਹੀਂ ਹੈਗਾ। ਪੱਖਾ ਵੀ ਇੱਕ ਉਹ ਆਰਜੀ ਲਾਇਆ ਹੋਇਆ। ਸਰਕਾਰ ਨੂੰ ਨਹੀਂ ਕਦੀ ਕਿਹਾ ਕਿ ਯਾਰ ਜਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਉਹ ਤੁਸੀਂ ਖੁਦ ਕਰ ਰਹੇ ਹੋ? ਦੇਖੋ ਜੀ, ਇਹ ਸਵਾਲ ਤਾਂ ਤੁਸੀਂ ਸਰਕਾਰਾਂ ਨੂੰ ਕਰ ਸਕਦੇ ਹੋ ਵੀ ਇਹਨਾਂ ਨੇ 1950 ਤੋਂ ਬਾਅਦ ਗਰੀਬਾਂ ਦਾ ਕੀਤਾ ਕੀ ਹੈ। ਜੇ ਸਰਕਾਰ ਬਹੁਤ ਐਫੀਸ਼ੀਐਂਟਲੀ ਕੰਮ ਕਰਦੀ ਹੁੰਦੀ, ਉਹਨਾਂ ਨੂੰ ਆਪਣੇ ਨਾਗਰਿਕਾਂ ਦੀ ਚਿੰਤਾ ਹੁੰਦੀ, ਇੱਕ ਗਰੀਬ ਵੀ ਸਾਡੇ ਦੇਸ਼ ਦਾ ਨਾਗਰਿਕ ਹੈ, ਇਨਸਾਨ ਹੈ, ਉਹਦੀ ਚਿੰਤਾ ਹੁੰਦੀ, ਤੇ ਉਹਨਾਂ ਦਾ ਖਿਆਲ ਰੱਖ ਰਹੀ ਹੁੰਦੀ। ਹੁਣ ਜੇ ਨਹੀਂ ਰੱਖ ਰਹੀ, ਤੇ ਇੱਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਮੇਰੀ ਡਿਊਟੀ ਹੈ ਕਿ ਜੇ ਮੈਂ ਕੁਝ ਕਰ ਸਕਦਾ ਤਾਂ ਮੈਂ ਕਰਾਂ, ਤੇ ਉਹਨੂੰ ਮੈਂ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਮੈਂ ਕਰਦਾ ਪਿਆ, ਤੇ ਮੈਂ ਆਪਣਾ ਪ੍ਰਯਾਸ ਜਾਰੀ ਰੱਖਦਾ। ਤੁਸੀਂ ਪ੍ਰਯਾਸ ਜਾਰੀ ਤਾਂ ਰੱਖ ਰਹੇ ਹੋ। ਅਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਤੁਸੀਂ ਇਹ ਛਪਾਇਆ ਹੋਇਆ, A ਫॉर ਐਪਲ, B ਫॉर ਬਸ ਤਾਂ ਸਾਰੇ ਪੜ੍ਹਾਉਂਦੇ ਨੇ। ਅੱਜ ਤੁਸੀਂ ਮਤਲਬ ਪੂਰਾ ਸਿਸਟਮ ਸਮਝਾਉਣ ਦੀ ਗੱਲ ਕੀਤੀ ਹੋਈ ਹੈ ਪੂਰੀ ਇੰਗਲਿਸ਼ 'ਚ ਹੀ। ਸੋ ਇਹ ਵਿਚਾਰ ਕਿੱਥੋਂ ਆਇਆ? ਕਿਉਂਕਿ ਤੁਸੀਂ ਕਿਤਾਬ ਵੀ ਇੱਥੇ ਲਿਖ ਚੁੱਕੇ ਹੋ। ਮੈਂ ਬੁੱਕ ਹੈ ਮੇਰੀ ਇੰਪਾਵਰਮੈਂਟ ਥਰੂ ਨੌਲੇਜ। ਇਹ ਵਿਚਾਰ ਇੱਥੋਂ ਆਇਆ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬਹੁਤ ਸਹੀ ਸਬਜੈਕਟ ਜਿਹੜੇ ਸਮਾਜ ਨੂੰ ਚਲਾਉਂਦੇ ਨੇ, ਸੋਸ਼ੋਲੋਜੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ, ਲਾਅ, ਇਹ ਬੱਚੇ ਨੇ ਉਸ ਲੈਵਲ ਤੱਕ ਨਹੀਂ ਪਹੁੰਚਣਾ, ਕਿਉਂਕਿ 13-14 ਸਾਲ ਤੋਂ ਬਾਅਦ ਇਹਨਾਂ ਨੇ ਜ਼ਿਆਦਾਤਰ ਲੋਕਾਂ ਨੇ ਕੰਮ 'ਚ ਲੱਗ ਜਾਣਾ। ਤੇ ਮੈਨੂੰ ਲੱਗਿਆ ਵੀ 12-13 ਸਾਲ ਦੀ ਉਮਰ ਤੋਂ ਪਹਿਲਾਂ ਇਹਨਾਂ ਨੂੰ ਉਹ ਪੜ੍ਹਾਈ ਦਿਓ ਜਿਹੜੀ MA ਦੀ ਪੜ੍ਹਾਈ ਹੈ, ਬਿਲਕੁਲ BA ਦੀ ਪੜ੍ਹਾਈ ਹੈ, ਤਾਂ ਕਿ ਇਹਨਾਂ ਨੂੰ ਪਤਾ ਚੱਲੇ ਦੇਸ਼ ਦਾ ਇਹ ਕਿੱਦਾਂ ਹਿੱਸਾ ਨੇ। ਫਿਰ ਉਹ ਜਿਹੜੇ ਸਬਜੈਕਟ ਸੀਗੇ ਸੋਸ਼ੋਲੋਜੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਉਹ ਪੜ੍ਹਾਉਣੇ ਬਹੁਤ ਔਖੇ ਸੀਗੇ ਇਸ ਬੱਚਿਆਂ ਨੂੰ ਛੋਟੀ ਉਮਰ 'ਚ। ਫਿਰ ਮੈਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਵਰਡ ਚੁਣੇ, ਜਿਵੇਂ A ਫॉर ਐਡਮਿਨਿਸਟ੍ਰੇਸ਼ਨ। ਬਿਲਕੁਲ ਉਸ A ਫॉर ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹਾਉਂਦੇ ਹਾਂ, L ਫॉर ਲਾਅ ਪੜ੍ਹਾਉਂਦੇ ਹਾਂ, D ਫॉर ਡੈਮੋਕ੍ਰੇਸੀ ਪੜ੍ਹਾਉਂਦੇ ਹਾਂ, R ਫॉर ਰਾਈਟਸ ਪੜ੍ਹਾਉਂਦੇ ਹਾਂ, S ਫॉर ਸੋਸ਼ਲ ਪੜ੍ਹਾਉਂਦੇ ਹਾਂ,
ਇਹ ਸਾਰੇ ਸੋਸ਼ੋਲੋਜੀ, ਇਕਨੋਮਿਕਸ, ਹੁਣ ਟੀ ਫੋਰ ਟੈਕਸ ਦਾ ਪੈਸੇ ਦਾ ਕੀ ਰੋਲ ਹੈ। ਹੁਣ ਸਾਡੇ ਤੁਸੀਂ ਬੱਚਿਆਂ ਦੀ ਇੰਟਰਵਿਊ ਕਰੋਗੇ, ਦੇਖੋਗੇ ਇਹਨਾਂ ਤੋਂ ਟੀ ਫੋਰ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਪੁੱਛਣਾ, ਇੱਕ ਲਾਅ ਦਾ ਸਟੂਡੈਂਟ ਵੀ ਇਹਨਾਂ ਦੀ ਤਰ੍ਹਾਂ ਨਹੀਂ ਸਿੱਖਦਾ ਜੋ ਇਹ ਸਿੱਖਦੇ ਪਏ। ਤੇ ਇਹ ਸਾਰਾ ਮਤਲਬ ਹੈ ਕਿ ਸਾਨੂੰ ਪਤਾ ਚੱਲ ਗਿਆ ਵੀ 13-14 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਨੇ ਪੜ੍ਹਨਾ ਨਹੀਂ ਹੈ, ਤੇ ਉਹ ਜਿਹੜੀ MA ਦੀ ਪੜ੍ਹਾਈ ਇਹਨਾਂ ਨੂੰ ਪਹਿਲਾਂ ਦੇ ਦਿਓ। ਉਹਦੇ ਮੈਂ ਰਿਪਰੈਜ਼ੈਂਟੇਟਿਵ ਵਰਡ ਅਲਫਾਬੈਟਸ ਬਣਾਏ, ਫਿਰ ਉਸ 26 ਅਲਫਾਬੈਟ ਵਰਡਾਂ ਦੇ 26 ਚੈਪਟਰ ਤਿਆਰ ਕੀਤੇ। ਪਹਿਲਾਂ ਅਸੀਂ ਵਰਡ ਸਿਖਾਉਂਦੇ ਹਾਂ, ਉਹਦਾ ਮੀਨਿੰਗ ਸਿਖਾਉਂਦੇ ਹਾਂ, ਫਿਰ ਉਹਦਾ ਕਨਸੈਪਟ ਸਮਝਾਉਂਦੇ ਹਾਂ, ਫਿਰ ਚੈਪਟਰ ਦੇ ਨਾਲ ਪੂਰੀ ਐਕਸਪਲੇਨੇਸ਼ਨ ਦਿੰਦੇ ਹਾਂ, ਫਿਰ ਉਹ ਚੈਪਟਰ ਇੱਕ ਦੂਜੇ ਨਾਲ ਕਿੱਦਾਂ ਜੁੜਿਆ ਹੋਇਆ, ਕਿਉਂਕਿ ਜਿਹੜਾ ਸਮਾਜ ਹੈ ਮਿਲ ਜੁਲ ਕੇ ਚੱਲਦਾ ਹੈ। ਇੱਕ ਸਬਜੈਕਟ ਇਕਨੋਮਿਕਸ ਸੋਸ਼ੋਲੋਜੀ ਨਾਲ ਜੁੜੀ ਹੋਈ ਹੈ, ਸੋਸ਼ੋਲੋਜੀ ਪੋਲੀਟੀਕਲ ਸਾਇੰਸ ਨਾਲ ਉਹਦੇ ਆਪਸ ਦਾ ਲਿੰਕ ਵੀ ਅਸੀਂ ਪੜ੍ਹਾਈ ਜਾਂਦੇ ਹਾਂ। ਸਾਡੇ ਜਿੰਨੇ ਵੀ ਅਲਫਾਬੈਟ ਇੱਕ ਦੂਜੇ ਨਾਲ ਜੁੜੇ ਹੋਏ ਨੇ, ਤੇ ਉਹਦੇ ਮਾਧਿਅਮ ਦੇ ਨਾਲ ਇਹ ਜੋ ਬੱਚੇ ਪੜ੍ਹਦੇ ਪਏ ਨੇ ਉਹ ਇਸ ਲੈਵਲ ਦੀ ਪੜ੍ਹਾਈ ਹੈ। ਇੱਥੇ ਬੜੇ ਅਮੀਰ ਲੋਕਾਂ ਦੇ ਬੱਚੇ ਆਉਂਦੇ ਨੇ, ਕਈ ਅਫਸਰਾਂ ਦੇ ਬੱਚੇ ਆਉਂਦੇ ਨੇ, ਅਫਸਰ ਖੁਦ ਆਉਂਦੇ ਨੇ। ਅੱਛਾ ਜੀ। ਹਾਂ, ਉਹ ਹੈਰਾਨ ਹੋ ਜਾਂਦੇ ਨੇ ਕਿ ਵੀ ਇਹ ਬੱਚਿਆਂ ਦਾ ਐਜੂਕੇਸ਼ਨ ਦਾ ਜਿਹੜਾ ਲੈਵਲ ਹੈ ਇਹ ਬਹੁਤ ਉੱਚਾ। ਬਿਲਕੁਲ ਬਿਲਕੁਲ ਸਾਹਿਬ, ਗੱਲ ਮੈਂ ਫਿਰ ਉੱਥੇ ਹੀ ਕਰਦਾ। ਤੁਸੀਂ ਕਹਿੰਦੇ ਅਫਸਰ ਵੀ ਸਾਡੇ ਕੋਲ ਆਉਂਦੇ ਨੇ, ਦੇਖਦੇ ਨੇ ਬੱਚਿਆਂ ਨੂੰ, ਤੁਸੀਂ ਇੰਗਲਿਸ਼ ਪੜ੍ਹਾਉਂਦੇ ਹੋ, ਨਿਊਜ਼ਪੇਪਰ ਪੜ੍ਹਾਉਂਦੇ ਹੋ, ਇੰਗਲਿਸ਼ ਜੋ ਇਸ ਉਮਰ 'ਚ ਬੱਚੇ ਸੋਚ ਵੀ ਨਹੀਂ ਸਕਦੇ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਪਰ ਹਾਲਾਤ ਦੇਖ ਰਹੇ ਹਾਂ ਸਕੂਲ ਦੇ ਜਿਸ ਤਰ੍ਹਾਂ ਦੇ ਨੇ, ਇੱਕ ਆਮ ਕਮਰਾ ਸਕੂਲ ਦਾ, ਸਰਕਾਰਾਂ ਕਿਉਂ ਨਹੀਂ ਕੁਛ ਕਰ ਰਹੀਆਂ? ਦੇਖੋ ਜੀ, ਇਹ ਜਿਹੜਾ ਕਮਰਾ ਦੇਖ ਰਹੇ ਹੋ ਨਾ, ਇਹ 100 ਗੁਣਾ ਬਿਹਤਰ ਹੈ ਜਿੱਥੋਂ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਸੀ। ਮੈਂ ਸੜਕ ਦੇ ਕਿਨਾਰੇ ਅੱਛਾ, ਝੁੱਗੀ ਦੇ ਬਾਹਰ ਬੈਠ ਕੇ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਤੇ 2013 ਤੋਂ ਲੈ ਕੇ 2021 ਤੱਕ ਲਗਾਤਾਰ ਝੁੱਗੀ ਦੇ ਵਿੱਚ ਹੀ ਪੜ੍ਹਾਇਆ, ਝੁੱਗੀ 'ਚ ਸਕੂਲ ਬਣਾਇਆ। ਪਹਿਲਾਂ ਸੜਕ ਦੇ ਕਿਨਾਰੇ, ਤੇ ਝੁੱਗੀ 'ਚ। ਝੁੱਗੀਆਂ ਸਾਡੀ ਕਈ ਵਾਰੀ ਢਹੀਆਂ, ਕਈ ਵਾਰੀ ਸਾਨੂੰ, ਕਿਉਂਕਿ ਇਹਦੀ ਝੁੱਗੀ ਦੀ ਲਾਈਫ ਜਿਹੜੀ ਹੈ ਬੜੀ ਘੱਟ ਹੁੰਦੀ ਹੈ, ਔਰ ਬੱਚਿਆਂ ਨੇ ਖੇਲਣਾ ਕੂਦਣਾ ਹੈ। 5-6 ਮਹੀਨੇ ਤੋਂ ਬਾਅਦ ਝੁੱਗੀ ਚੱਲਦੀ ਨਹੀਂ, ਅਸੀਂ ਬਾਰ-ਬਾਰ ਝੁੱਗੀ ਬਣਾਉਂਦੇ ਸੀਗੇ, ਉਹਦੇ 'ਚ ਪੜ੍ਹਾਉਂਦੇ ਰਹੇ ਅਸੀਂ। ਔਰ ਉਹ ਬੱਚਿਆਂ ਨੂੰ ਪੜ੍ਹਾਉਂਦੇ ਫਿਰ ਜਦੋਂ ਸਾਡੀ ਸਰਕਾਰ ਨੇ ਕਿਸੇ ਵਜ੍ਹਾ ਕਰਕੇ ਕਈ ਜਗ੍ਹਾ 'ਤੇ ਸਲਮਸ ਗਿਰਾਤੇ, ਸਾਡੇ ਕਈ ਪ੍ਰੋਜੈਕਟ ਸੀਗੇ ਸਲਮ ਦੇ ਵਿੱਚ, ਉਹ ਜਦੋਂ ਸਲਮ ਦੇ ਉਹਨਾਂ ਨੇ ਚੁਕਵਾਏ ਤੇ ਉਹ ਸਕੂਲ ਵੀ ਗਿਰ ਗਿਆ। ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ, ਫਿਰ ਅਸੀਂ ਜਿੱਥੇ ਬੱਚੇ ਡਿਸਪਲੇਸ ਹੋ ਗਏ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ, ਅਸੀਂ ਉੱਥੇ ਨਵੇਂ ਪ੍ਰੋਜੈਕਟ ਲਗਾਏ, ਕਮਰੇ ਕਿਰਾਏ 'ਤੇ ਲਏ, ਤਾਂ ਕਿ ਬੱਚੇ ਦੀ ਪੜ੍ਹਾਈ ਨਾ ਖਰਾਬ ਹੋਵੇ। ਹੁਣ ਇਹ ਸਾਰੇ ਜਿੰਨੇ ਵੀ ਤੁਸੀਂ ਇਹ ਕਮਰਾ ਦੇਖ ਰਹੇ ਹੋ, ਇਹ ਮੇਰੇ ਹਿਸਾਬ ਨਾਲ ਤੁਹਾਨੂੰ ਤੇ ਮਾੜਾ ਲੱਗਦਾ ਹੋਵੇਗਾ, ਪਰ ਮੈਂ ਜਿਹੜੇ ਹਾਲਾਤ ਦੇਖੇ ਉਸ ਤੋਂ 100 ਗੁਣਾ ਚੰਗਾ ਨੇ। ਸੋ ਕੱਲ ਆਪਾਂ ਬੱਚਿਆਂ ਨੂੰ ਵੀ ਕਰਦੇ ਆ ਥੋੜ੍ਹਾ, ਹਾਂਜੀ, ਲੋਕਾਂ ਨੂੰ ਪਤਾ। ਸੋ ਬੇਟੇ, ਕੀ ਨਾਮ ਕੀ ਹੈ ਤੁਹਾਡਾ? My name is Rekha. ਸੋ ਇੰਗਲਿਸ਼ ਤੁਸੀਂ ਬੋਲੋ, ਇੰਗਲਿਸ਼ ਸਿੱਖੀ ਕਿਵੇਂ? ਕਿਉਂਕਿ ਅਜੇ ਤਾਂ ਉਮਰ ਵੀ ਕੁਛ ਨਹੀਂ ਹੈਗੀ। सर ने सिखाया। ਇੰਗਲਿਸ਼ ਕੁਛ ਸੁਣਾ ਸਕਦੇ ਹੋ? हाँ जी। ਸੁਣਾਓ, ਕੀ ਸੁਣਾ ਸਕਦੇ ਹੋ? हाँ जी। Democracy means there is for election. In the election there is for vote. Whosoever gets the maximum vote gets for elected. The one who gets elected makes the for government and gets for tax money for providing our rights. What are your rights? Right to life, right to food, right to education, right to shelter, right to livelihood, right to life with human dignity, right to health environment. Who has to provide your rights? Government. If government does not give you rights, what will you do? We will file a case in the High Court. ਬਹੁਤ ਅੱਛਾ ਗੱਲ ਕਰ ਰਹੇ ਨੇ। ਹੋਰ ਕਿਹੜੇ ਬੱਚੇ ਨੇ ਜਿਹੜੇ ਇੰਗਲਿਸ਼ ਬੋਲ ਸਕਦੇ ਨੇ? लॉस में जाऊंगा। आपका नाम क्या है? My phone एज कितनी है आपकी? 14. 14। इंग्लिश में क्या बता सकती हो? लॉ का what is law? Law. बताओ। Law is a set of rules which can be enforced by the government. Objective of law, the purpose of law is to create a harmonious society where human beings can live in peace and happiness by observing their duties and respecting the rights of others while enjoying their own rights. The violators of law are punished as per rules so that harmony and peace in the society is not disturbed. बेटे, आपका नाम क्या है? My name is Rihanna. रियाना। रियाना, एज क्या है आपकी? एज कितनी है? 11 साल. 11 साल। तो क्या बताओगे आप? Constitution. हाँ, बताओ बेटे। Constitution is a document which informs us about our right and duty and how our country India is to be administered. आपकी उम्र के बच्चे तो फ़ोन में होते, खेलते, आप नहीं सोचते कि हमें भी खेलना है? आप इंग्लिश पढ़ रहे हो? No. ਸੋ ਦੇਖ ਸਕਦੇ ਹੋ ਕਿ ਬੱਚੇ ਨੇ, ਉਮਰਾਂ ਛੋਟੀਆਂ ਨੇ ਪਰ ਪੜ੍ਹ ਰਹੇ ਨੇ, ਇੰਗਲਿਸ਼ 'ਚ ਗੱਲਾਂ ਕਰਦੇ ਨੇ। ਸੋ ਮੈਡਮ ਨਾਲ ਵੀ ਗੱਲ ਕਰਦੇ ਆ ਜਿਹੜੇ ਇਹਨਾਂ ਨੂੰ ਇੱਥੇ ਪੜ੍ਹਾਉਂਦੇ ਸੀਗੇ। ਮੈਡਮ, ਤੁਸੀਂ ਇਹਨਾਂ ਨੂੰ ਪੜ੍ਹਾਉਂਦੇ ਹੋ, ਸੋਚਦੇ ਸੀ ਮੈਂ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ ਇਸ ਹਿਸਾਬ ਨਾਲ? सर नहीं, फर्स्ट ऑफ ऑल जब मुझे सर के बारे में पता चला, प्रोजेक्ट के बारे में, पहले तो जब सुना तो बिलीव नहीं हो रहा था। अभी ऐसे लोग भी होते हैं जो एजुकेशन जो मोस्ट इम्पॉर्टेंट है वो भी, और रेलिवेंट एजुकेशन जो है वो
गरीब बच्चों को दे रहे हैं, क्योंकि आजकल तो बड़ी बड़ी स्कूल्स हैं, वहाँ पे कितनी महंगी फ़ीस है और इतनी अच्छी एजुकेशन नहीं दिया जाता है जो इन बच्चों को मिल रहा है, तो बिलीव नहीं हो रहा था। देन उसके बाद में सर के साथ प्रोजेक्ट में आई तो सर ने मुझे दिखाया और बच्चों से इंटरेक्शन करवाया तो बहुत अच्छा लगा। सोच रहे थे आपके बच्चे छोटी उम्र है, इंग्लिश में बात करते हैं, आपसे भी कभी इंग्लिश में बात करते हैं? हाँ जी सर, क्योंकि जो हम लैंग्वेज में पढ़ाते हैं वो इंग्लिश लैंग्वेज में ही पढ़ाते हैं और सर ने स्टार्टिंग से इनकी हैबिट बनाया हुआ है इंग्लिश को रीड करना। पहले अल्फ़ाबेट सिखाया, देन उसके बाद वर्ड्स एंड देन मीनिंग करके सर ने स्टार्टिंग से सिखाया हुआ। तो ये बच्चे के लिए इंग्लिश लैंग्वेज जो है ये प्रेफर ज़्यादा करते हैं हिंदी से ज़्यादा। ਕਦੇ ਇਹ ਨਹੀਂ ਹੋਇਆ ਕਿ ਮੈਂ ਪੜ੍ਹ ਗਈ ਹਾਂ ਤੇ ਕਿਸੇ ਵੱਡੇ ਸਕੂਲ 'ਚ ਪੜ੍ਹਾਵਾਂ, ਇਹ ਤਾਂ ਸਕੂਲ ਵੀ ਸਿਰਫ ਇੱਕ ਕਮਰਾ ਹੀ ਹੈ, ਕਦੇ ਇਦਾਂ नहीं फील होया? सर नहीं, ऐसे कभी नहीं लगा, क्योंकि बहुत सारे जो विजिटर्स जो यहाँ पे विज़िट करने आते हैं तो इनको जो पढ़ाने के बाद एक सोल सेटिस्फेक्शन मिलती है, बहुत अच्छा फील होता है, तो इस वजह से कभी नहीं ऐसा लगा। ਬਿਲਕੁਲ। ਸੋ ਜਿੰਦਲ ਸਾਹਿਬ, ਗੱਲ ਇੱਕ ਤੁਹਾਡੇ ਨਾਲ ਕਰਦੇ ਲਾਸਟ ਤੇ ਜਾਂਦੇ ਜਾਂਦੇ, ਇਹ ਸਕੂਲ ਲੁਧਿਆਣੇ ਤਾਂ ਹੈਗੇ ਨੇ, ਇੰਡੀਆ 'ਚ ਹੋਰ ਪਾਸੇ ਵੀ ਸਕੂਲ ਹੈਗੇ ਤੁਹਾਡੇ? ਇਸ ਤਰ੍ਹਾਂ ਬੜੇ ਸਾਰੇ ਲੋਕ ਜਿਹੜੇ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਸਮਝ ਆਇਆ ਕਿ ਇਹ ਸਿੱਖਿਆ ਦੇਸ਼ ਵਾਸਤੇ ਬਹੁਤ ਇੰਪੋਰਟੈਂਟ ਹੈ, ਉਹਨਾਂ ਨੂੰ ਲੱਗਿਆ ਵੀ ਅਸੀਂ ਵੀ ਕੁਝ ਯੋਗਦਾਨ ਦਈਏ। ਜਿਹੜੇ ਬਿਲਕੁਲ ਹੀ ਸਿੰਸੀਅਰ ਹੈ ਤਾਂ ਉਹਨਾਂ ਨੂੰ ਮੈਂ ਸਮਝਾਇਆ, ਮੈਂ ਕਿਹਾ ਦੇਖੋ ਇਹ ਜਿਹੜਾ ਪ੍ਰੋਜੈਕਟ ਹੈ ਨਾ, ਇਹਦੇ 'ਚ ਪੈਸੇ ਦੇ ਰੋਲ ਘੱਟ ਹੈ, ਬਿਲਕੁਲ ਰੂਹ ਦਾ ਰੋਲ ਬਹੁਤ ਵੱਡਾ ਹੈ ਕਿ ਤੁਹਾਡੀ ਆਤਮਾ ਕੀ ਕਹਿੰਦੀ ਹੈ। ਜੇ ਤੁਸੀਂ ਆਤਮਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਪ੍ਰੋਜੈਕਟ ਜੁਆਇਨ ਕਰੋ, ਨਹੀਂ ਤਾਂ ਨਹੀਂ। ਕਿਉਂਕਿ ਜਿਹੜੇ ਬਾਹਰ ਸਾਡੇ ਪੰਜਾਬ ਤੋਂ ਬਾਹਰ ਲੋਕ ਸੀਗੇ, ਫਿਰ ਉਹਨਾਂ ਨੂੰ ਮੈਂ ਇੱਕ ਹੀ ਕਿਹਾ ਵੀ ਤੁਸੀਂ ਜਿਹੜੇ ਪੈਸੇ ਨੇ, ਤੁਸੀਂ ਆਪਣੇ ਪੈਸੇ ਆਪ ਇੱਕ ਨਵਾਂ ਪ੍ਰੋਜੈਕਟ ਲਗਾਓ, ਇਸਤੇਮਾਲ ਕਰੋ, ਸਾਡੇ ਤੋਂ ਗਾਈਡੈਂਸ ਲਵੋ ਅਤੇ ਜਿਹੜੀ ਵੀ ਤੁਹਾਨੂੰ ਸਪੋਰਟ ਹੋਏਗੀ ਅਸੀਂ ਦੇਵਾਂਗੇ, ਅਤੇ ਤੁਸੀਂ ਉਸ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੋ। ਇਸ ਤਰੀਕੇ ਨਾਲ ਸਾਡੇ ਕੋਲ ਲਗਭਗ 250 ਐਸੇ ਪ੍ਰੋਜੈਕਟ ਇੰਡੀਆ 'ਚ ਚੱਲਦੇ ਪਏ ਨੇ। ਹਾਂਜੀ, ਬੰਬੇ ਵੀ ਹੈ ਸਾਡਾ ਪ੍ਰੋਜੈਕਟ, ਰਾਜਕੋਟ ਵੀ ਹੈ, ਇਸ ਤਰ੍ਹਾਂ ਕਈ ਜਗ੍ਹਾ 'ਤੇ ਨੇ ਜਿੱਥੇ ਲੋਕ ਚਲਾਉਂਦੇ ਨੇ। ਮੇਰਾ ਉਹਦੇ ਵਿੱਚ ਕੋਈ ਪ੍ਰੋਜੈਕਟ ਮੇਰੇ ਅੰਡਰ ਨਹੀਂ ਹੈ, ਬਟ ਇੱਕ ਐਸੋਸੀਏਸ਼ਨ ਕਹਿ ਸਕਦੇ ਹੋ ਵੀ ਸਾਡੀ ਹੈਗੀ, ਜਿੱਥੇ ਲੋਕਾਂ ਨੂੰ ਲੱਗਿਆ ਵੀ ਇਹ ਸਿੱਖਿਆ ਜਿਹੜੀ ਹੈ ਇਹ ਦੇਸ਼ ਪੱਧਰ ਲੈਵਲ 'ਤੇ ਵੰਡਣ ਦੀ ਜ਼ਰੂਰਤ ਹੈ, ਅਤੇ ਉਹ ਲੋਕ ਆਪਣੇ ਆਪਣੇ ਪ੍ਰਯਾਸਾਂ ਦੇ ਨਾਲ ਸਿੱਖਿਆ ਇਹ ਵਾਲੀ ਜਿਹੜੀ ਸਾਡੀ ਇੰਪਾਵਰਮੈਂਟ ਥਰੂ ਨੌਲੇਜ ਦੀ ਬੁੱਕ ਹੈ ਉਹ ਵੰਡਦੇ ਪਏ ਨੇ। ਸਿੱਖਿਆ ਦੇਸ਼ ਪੱਧਰ ਤੇ ਵੱਡਣ ਦੀ ਜ਼ਰੂਰਤ। ਸਰਕਾਰਾਂ ਤੋਂ ਕੀ ਆਸ ਰੱਖਦੇ ਹੋ, ਕਿਉਂਕਿ ਤੁਸੀਂ ਡਾਊਨ ਟੂ ਅਰਥ ਕੰਮ ਕਰ ਰਹੇ ਹੋ, ਛੋਟੇ ਬੱਚੇ ਨੇ ਉਹਨਾਂ ਨੂੰ ਇੰਗਲਿਸ਼ ਤੱਕ ਪੜ੍ਹਾ ਰਹੇ ਨੇ, ਅਸੀਂ ਖੁਦ ਦੇਖਿਆ ਬੱਚੇ ਇੰਗਲਿਸ਼ 'ਚ ਗੱਲਾਂ ਕਰਦੇ ਨੇ, ਸਰਕਾਰ ਤੋਂ ਕੀ ਆਸ ਰੱਖਦੇ ਹੋ? ਅੱਜ ਹੀ ਮੈਂ ਨਿਊਜ਼ਪੇਪਰ ਦੇ ਵਿੱਚ ਇੱਕ ਪੜ੍ਹ ਰਿਹਾ ਸੀ ਆਰਟੀਕਲ, ਜਿਹਦੇ ਵਿੱਚ ਕਹਿੰਦਾ ਜੀ ਬ੍ਰਿਟਿਸ਼ ਕੌਂਸਲ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਬਿਲਕੁਲ ਇੰਗਲਿਸ਼ ਪੜ੍ਹਾਉਣ ਦਾ। ਹਾਂਜੀ, ਉਹਨਾਂ ਨਾਲ ਕੀ ਜ਼ਰੂਰਤ ਹੈ, ਸਾਡੇ ਤੋਂ ਸਿੱਖ ਲਓ, ਅਸੀਂ ਪੜ੍ਹਾ ਦਿੰਦੇ ਇੰਗਲਿਸ਼। ਸਾਡੇ ਗਰੀਬ ਬੱਚੇ ਕਿੱਦਾਂ ਇੰਗਲਿਸ਼ ਸਿੱਖੇ ਉੱਦਾਂ ਸਿਖਾ ਦਿੰਦੇ, ਸਾਨੂੰ ਇੰਗੇਜ ਕਰ ਲਓ। ਇਹਨਾਂ ਨੇ ਪੈਸੇ ਖਰਚਣੇ, ਟੈਕਸ ਪੇਅਰ ਦਾ ਪੈਸਾ ਯੂਜ਼ ਕਰਨਾ, ਉਹ ਇੱਕ ਦਿਖਾਵਾ 'ਚ ਰਹਿ ਜਾਣਾ। ਗ੍ਰਾਸ ਰੂਟ ਤੋਂ ਲੈਵਲ ਪੜ੍ਹਾਈ ਕਰਾਉਣ ਦੀ ਕਿੱਦਾਂ ਜ਼ਰੂਰਤ ਹੈ, ਸਿੱਖ ਲਓ ਇੱਥੇ ਆ ਕੇ, ਕੋਈ ਆਉਂਦਾ ਨਹੀਂ, ਆਵੇ ਸਿੱਖੇ, ਮਾਡਲ ਅਡੋਪਟ ਕਰਨ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ। ਅੱਛਾ ਜੀ। ਹਾਂਜੀ, ਮੈਂ ਸੀਐਮ ਸਾਹਿਬ ਨੂੰ ਚਿੱਠੀ ਲਿਖੀ, ਭਗਵੰਤ ਮਾਨ ਜੀ ਨੂੰ ਲਿਖੀ ਵੀ ਇਹ ਜਿਹੜੀ ਸਿੱਖਿਆ। ਅੱਛਾ, ਇਹਦੇ 'ਚ ਬੜੀ ਇੰਟਰਸਟਿੰਗ ਗੱਲ ਕੀ ਹੋਈ, ਅਸੀਂ ਜਦੋਂ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਸਾਡੇ ਗਰੀਬ ਬੱਚੇ ਇੱਦਾਂ ਪੜ੍ਹਦੇ ਆ ਅਤੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤੁਹਾਨੂੰ ਮਿਲਣ ਅਤੇ ਆਪਣੀ ਸਿੱਖਿਆ ਸ਼ੇਅਰ ਕਰਨ ਅਤੇ ਜਿਹੜੀ ਬੁੱਕ ਹੈ ਉਹ ਤੁਹਾਨੂੰ ਪ੍ਰੈਜ਼ੈਂਟ ਕਰਨ। ਉਹਨਾਂ ਨੇ ਚਿੱਠੀ ਸੀਐਮ ਆਫਿਸ, ਉਸ ਟਾਈਮ ਦੇ ਸੀਐਮ ਨੂੰ ਫਾਰਵਰਡ ਹੋਈ। ਉਸ ਟਾਈਮ ਕਿਹੜੇ ਸੀਐਮ ਸੀ? ਉਸ ਟਾਈਮ ਅਮਰਿੰਦਰ ਸਿੰਘ ਜੀ ਅੱਛਾ ਸੀ। ਜੀ। ਉਹਨਾਂ ਨੇ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਵੂਮਨ ਚਾਈਲਡ ਵੈਲਫੇਅਰ ਨੂੰ ਭੇਜੀ ਚਿੱਠੀ। ਉਹਨਾਂ ਨੇ ਪ੍ਰੋਜੈਕਟ ਦੀ ਸਾਰੀ ਸਮੀਖਿਆ ਕਰਾਈ, ਅੱਛਾ ਜੀ। ਇਹਦੀ ਇਨਕੁਆਇਰੀ ਕਰਾਈ, ਇਨਵੈਸਟੀਗੇਸ਼ਨਾਂ ਕਰਾਈਆਂ, ਐਜੂਕੇਸ਼ਨ ਦੇ ਬਾਰੇ ਰਿਪੋਰਟਾਂ ਬਣਾਈਆਂ। ਉਹਨਾਂ ਨੇ ਰਿਪੋਰਟਾਂ ਬੜੀ ਵਧੀਆ ਬਣਾਈਆਂ, ਕਿਉਂਕਿ ਉਹ ਚੁੱਪ ਇੱਥੇ ਆਏ ਸੀ, ਸਾਨੂੰ ਦੱਸ ਕੇ ਵੀ ਨਹੀਂ ਸੀ ਆਏ, ਝੁੱਗੀਆਂ ਜਾ ਕੇ ਬੱਚਿਆਂ ਨੂੰ ਮਿਲ ਕੇ ਚਲੇ ਗਏ। ਅਤੇ ਉਹਨਾਂ ਨੇ ਕਿਹਾ ਵੀ ਇਹ ਬੱਚੇ ਇੰਗਲਿਸ਼ ਬੋਲਦੇ ਨੇ ਅਤੇ ਬੜੀ ਵਧੀਆ ਸਿੱਖਿਆ ਲੈਂਦੇ ਨੇ। ਫਿਰ ਇੱਥੇ ਡੀਸੀ ਹੁੰਦੇ ਸੀ ਪ੍ਰਦੀਪ ਅਗਰਵਾਲ ਜੀ, ਹਾਂਜੀ, ਉਹਨਾਂ ਤੋਂ ਰਿਪੋਰਟ ਮੰਗੀ ਗਈ। ਉਹਨਾਂ ਨੇ ਕਿਹਾ ਵੀ ਜਿਹੜੀ ਬੁੱਕ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪ੍ਰੈਜ਼ੈਂਟ ਹੋਣੀ ਹੈ ਉਹਦੇ ਕੰਟੈਂਟ ਦੀ ਜਿਹੜੀ ਹੈ ਐਗਜ਼ਾਮੀਨੇਸ਼ਨ ਕਰਾਈ ਜਾਵੇ ਫਰੋਮ ਦੀ ਹਾਈਐਸਟ ਬੋਡੀ, ਜਿਹੜੀ ਸਟੇਟ ਕਾਉਂਸਲ ਫॉर ਐਜੂਕੇਸ਼ਨ ਹੁੰਦੀ ਹੈ। ਉਹ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਵੂਮਨ ਚਾਈਲਡ ਵੈਲਫੇਅਰ ਨੇ ਉਹਨੂੰ ਰੈਫਰ ਕਰਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਕੈਡਮਿਕ ਬ੍ਰਾਂਚ ਨੂੰ। ਉਹਨਾਂ ਨੇ ਬੁੱਕ ਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਕਰਤੀ ਔਰ ਉਹਨਾਂ ਨੇ ਰਿਪੋਰਟਾਂ ਇਹ ਤਿਆਰ ਕੀਤੀਆਂ ਵੀ ਇਹ ਜਿਹੜੀ ਸਿੱਖਿਆ ਹੈਗੀ ਹੈ ਬੜੇ ਹੀ ਸਰਲ ਸ਼ਬਦਾਂ ਦੇ ਵਿੱਚ ਐਡੇ ਉੱਚੇ ਲੈਵਲ ਦੇ ਪੱਧਰ ਦੀ ਸਿੱਖਿਆ ਹਰ ਨਾਗਰਿਕ ਨੂੰ ਦੇ ਸਕਦੀ ਹੈ। ਇਹ ਬਹੁਤ ਵਧੀਆ ਤਰੀਕੇ ਨਾਲ ਲਿਖੀ ਗਈ ਹੈ। ਜੇ ਪੰਜਾਬ 'ਚ ਲਾਗੂ ਕਰ ਦਿੱਤੀ ਜਾਵੇ ਤਾਂ ਬਹੁਤ ਹੀ ਲਾਹੇਵੰਦ ਸਾਬਤ ਹੋਏਗੀ। ਫਿਰ ਜਦੋਂ ਇਹ ਆਪ ਸਰਕਾਰ ਸੀਗੀ, ਇਹ ਕਹਿੰਦੇ ਸੀ ਅਸੀਂ ਐਜੂਕੇਸ਼ਨ ਬੜਾ ਕੰਮ ਕਰਦੇ ਹਾਂ, ਅਤੇ ਮੈਂ ਭਗਵੰਤ ਮਾਨ ਜੀ ਨੂੰ ਈਮੇਲ ਕੀਤੀ ਅਤੇ ਉਹ ਰਿਪੋਰਟਾਂ ਵੀ ਨਾਲ ਨੱਥੀ ਕਰਤੀਆਂ ਕਿ ਵੀ ਇਹ ਤੁਹਾਡੀ ਸਰਕਾਰੀ ਮਹਿਕਮੇ ਦੀਆਂ ਰਿਪੋਰਟਾਂ ਹੈ, ਤੁਸੀਂ ਸਿੱਖਿਆ ਲਾਗੂ ਕਰ ਦਿਓ। ਉਹ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਚਿੱਠੀ ਮਾਰਕ ਹੋਈ ਹੈ ਈਮੇਲ। ਉਸ ਤੋਂ ਬਾਅਦ ਕੋਈ ਜਵਾਬ ਨਹੀਂ, ਕੋਈ ਕੁਛ ਨਹੀਂ। ਮੈਂ ਆਰਟੀਏ ਲਗਾਈ, ਆਰਟੀ ਦਾ ਕੋਈ ਜਵਾਬ ਨਹੀਂ। ਮੈਂ ਫਸਟ ਅਪੀਲ ਫਾਈਲ ਕੀਤੀ, ਉਹਦਾ ਕੋਈ ਜਵਾਬ ਨਹੀਂ। ਹੁਣ ਮੈਂ ਸੈਕਿੰਡ ਅਪੀਲ ਫਾਈਲ ਕੀਤੀ ਇਨਫੋਰਮੇਸ਼ਨ ਕਮਿਸ਼ਨਰ ਤੋਂ ਵੀ ਮੈਨੂੰ ਦੱਸ ਦਿਓ ਕੀ ਕੀਤਾ ਤੁਸੀਂ। ਅਤੇ ਇਹ ਸਰਕਾਰਾਂ ਮੈਨੂੰ ਲੱਗਦੀਆਂ ਵੀ 1947 ਤੋਂ ਲੈ ਕੇ 75 ਸਾਲ ਹੋ ਗਏ। 75 ਸਾਲਾਂ ਵਿੱਚ ਤਾਂ ਕੁਛ ਕੀਤਾ ਨਹੀਂ। ਜੇ ਸਰਕਾਰਾਂ ਕੋਈ ਆਈ, ਤੁਸੀਂ ਵੀ ਗੱਲ ਕਰ ਰਹੇ ਸੀ, ਕੋਈ ਕਦੇ ਇੱਕ ਦਲ ਦੂਜਾ ਦਲ ਕੀਤਾ, ਕੁਛ ਨਹੀਂ।
ਤੇ ਮੈਨੂੰ ਇਹ ਵੀ ਜ਼ਮੀਨੀ ਹਕੀਕਤ ਜੇ ਕੰਮ ਨਹੀਂ ਹੋਏਗਾ ਦੇਸ਼ ਨਹੀਂ ਸੁਧਰਨਾ। ਸਾਡੇ ਯੂਥ ਬਾਹਰ ਭੱਜਦਾ ਰਹੂਗਾ, ਦੇਸ਼ 'ਚ ਆਪਾਂ ਜਿਹੜੀ ਸਾਡੀ ਮਾਈਗ੍ਰੇਸ਼ਨ ਨੂੰ ਰੋਕ ਨਹੀਂ ਪਾਵਾਂਗੇ। ਜੇ ਅਸੀਂ ਦੇਸ਼ ਨੂੰ ਸੁਧਾਰਦੀ ਹੈ ਤੇ ਮੈਨੂੰ ਲੱਗਦਾ ਕਿ ਇਹ ਸਵਰਗ ਹੈ, ਇਸ ਤੋਂ ਵਧੀਆ ਦੇਸ਼ ਪੂਰੇ ਦੁਨੀਆ ਦੇ ਵਿੱਚ ਨਹੀਂ ਹੈਗਾ। ਪਰ ਜੇ ਆਪਾਂ ਮਿਲ ਜੁਲ ਕੇ ਕੰਮ ਕਰਾਂਗੇ ਤਾਂ ਆਪਾਂ ਸੁਧਾਰ ਸਕਦੇ ਹਾਂ। ਤਰੀਕਾ ਇਹ ਸਿੱਖਿਆ। ਬਿਲਕੁਲ। ਸੋ ਦੇਸ਼ ਨੂੰ ਸੁਧਾਰਨ ਦੀ ਗੱਲ ਕਰ ਰਹੇ ਨੇ, ਸਿੱਖਿਆ ਦੇਣ ਦੀ, ਪਰ ਸਿੱਖਿਆ ਜਿਸ ਤਰ੍ਹਾਂ ਖੁਦ ਪ੍ਰੋਵਾਈਡ ਕਰਦੇ ਨੇ ਆਮ ਗਰੀਬ ਪਰਿਵਾਰਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਇੰਗਲਿਸ਼ ਦੇ ਰਹੇ ਨੇ, ਮਾਂ ਬੋਲੀ ਦੇ ਨਾਲ ਤਾਂ ਜੋੜ ਰਹੇ ਨੇ, ਪਰ ਇੰਗਲਿਸ਼ ਦੀ ਸਿੱਖਿਆ ਜੋ ਵੱਡੀਆਂ ਕਲਾਸਾਂ 'ਚ ਮਿਲਦੀ ਹੈ ਉਹ ਬੱਚਿਆਂ ਨੂੰ ਸਟਾਰਟਿੰਗ 'ਚ ਦੇ ਰਹੇ ਨੇ। ਹੁਣ ਦੇਖਣਾ ਹੋਵੇਗਾ ਸਰਕਾਰਾਂ ਇਸ ਪੱਖ ਨੂੰ ਲੈ ਕੇ ਕੀ ਸੰਗਿਆਨ ਲੈਂਦੀਆਂ ਨੇ। ਲੁਧਿਆਣਾ ਤੋਂ ਕੈਮਰਾ ਪਰਸਨ ਜੱਗੇ ਦੇ ਨਾਲ ਰਵੀ ਚੱਕੂ।